ਮਨੁੱਖੀ ਜੀਵਨ ਵਿੱਚ ਸਦਾ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਉਹ ਤਬਦੀਲੀਆਂ ਕਿਸੇ ਨਾ ਕਿਸੇ ਘਟਨਾ ਤੋਂ ਹੁੰਦੀਆਂ ਹਨ ਤੇ ਜੀਵਨ ਬਦਲ ਕੇ ਰੱਖ ਦਿੰਦੀਆਂ ਹਨ। ਭਗਤ ਸਧਨਾ ਕਸਾਈ ਸੀ ਪਰ ਭਗਤ ਬਣ ਗਿਆ। ਭਗਤ ਸਧਨਾ ਜੀ ਦੇ ਮਾਂ-ਬਾਪ ਦੇ ਨਾਮ ਦਾ ਪਤਾ ਕੁਝ ਨਹੀਂ ਮਿਲਦਾ, ਪਰ ਕਰਮ ਕਸਾਈ ਦਾ ਸੀ। ਹੈਦਰਾਬਾਦ ਸਿੰਧ ਵਿੱਚ ਭਗਤ ਸਧਨਾ ਜੀ ਦਾ ਜਨਮ ਹੋਇਆ ਤੇ ਉਸੇ ਨਗਰ ਵਿੱਚ ਹੀ ਰਹਿੰਦੇ ਸਨ। ਬਚਪਨ ਤੋਂ ਹੀ ਸੰਤਾਂ ਫਕੀਰਾਂ ਤੇ ਮਹਾਂਪੁਰਖਾਂ ਕੋਲ ਬੈਠ ਕੇ ਗਿਆਨ ਚਰਚਾ ਸੁਣਨ ਦੀ ਸ਼ਰਧਾ ਸੀ ਅਤੇ ਮੂਰਤੀ ਦੀ ਪੂਜਾ ਕਰਦੇ ਸਨ। ਇਹਨਾਂ ਨੂੰ ਕਿਤਿਓਂ ਸਾਲਗ੍ਰਾਮ ਦਾ ਪੱਥਰ ਮਿਲ ਗਿਆ ਸੀ। ਉਸ ਨੂੰ ਮਾਸ ਤੋਲਣ ਵਾਸਤੇ ਵੱਟਾ ਬਣਾ ਬੈਠੇ, ਜਿਸ ਤੋਂ ਲੋਕੀ ਬੁਰਾ ਸਮਝਦੇ, ਪਰ ਲੋਕਾਂ ਨੂੰ ਨਹੀਂ ਸੀ ਪਤਾ ਕਿ ਸਧਨਾ ਜੀ ਸਾਲਗ੍ਰਾਮ ਨੂੰ ਦੇਵਤਾ ਕਰਕੇ ਪੂਜਦੇ ਤੇ ਉਸ ਦੇ ਆਸਰੇ ਕਾਰ ਵਿਹਾਰ ਕਰਦੇ ਸਨ। ਉਹ ਤਾਂ ਸਾਲਗ੍ਰਾਮ ਕੋਲੋਂ ਲਾਭ ਉਠਾਉਂਦੇ ਸਨ ਤੇ ਉਹ ਉਹਨਾਂ ਦਾ ਜੀਵਨ ਆਸਰਾ ਸੀ। ਹਿੰਦੂ ਸੰਤਾਂ ਪੰਡਤਾਂ ਵਿੱਚ ਬਹੁਤ ਚਰਚਾ ਸੀ ਕਿ ਸਧਨਾ ਕਸਾਈ ਸਾਲਗ੍ਰਾਮ ਨਾਲ ਮਾਸ ਕਿਉਂ ਤੋਲਦਾ ਹੈ। ਇੱਕ ਦਿਨ ਇੱਕ ਸੰਤ ਸਧਨਾ ਜੀ ਦੀ ਦੁਕਾਨ ਉੱਤੇ ਪੁੱਜਾ ਤੇ ਬੇਨਤੀ ਕੀਤੀ, ਹੇ ਸਧਨੇ, ਇਹ ਕਾਲਾ ਪੱਥਰ ਮੈਨੂੰ ਦੇ ਦੇ, ਮੈਂ ਇਸ ਦੀ ਪੂਜਾ ਕਰਿਆ ਕਰੂੰਗਾ। ਇਹ ਸਾਲਗ੍ਰਾਮ ਹੈ, ਤੂੰ ਹੋਰ ਵੱਟਾ ਰੱਖ ਲੈ, ਇਸ ਦਾ ਤੈਨੂੰ ਤਾਂ ਵੱਟੇ ਦਾ ਕੰਮ ਹੈ। ਸਧਨਾ ਭਗਤ ਜੀ ਜਾਣ ਗਏ ਕਿ ਇਹ ਲਿਜਾਣਾ ਚਾਹੁੰਦੇ ਹਨ। ਉਹਨਾਂ ਨੇ ਬਿਨਾਂ ਝਿਜਕ ਸਾਲਗ੍ਰਾਮ ਚੁੱਕ ਕੇ ਫੜਾ ਦਿੱਤਾ। ਉਹ ਸਾਲਗ੍ਰਾਮ ਨੂੰ ਲੈ ਕੇ ਆਪਣੇ ਡੇਰੇ ਚਲਾ ਗਿਆ। ਡੇਰੇ ਪੁੱਜ ਕੇ ਉਸਨੇ ਸਾਲਗ੍ਰਾਮ ਨੂੰ ਇਸ਼ਨਾਨ ਕਰਾਇਆ, ਧੂਪ ਧੁਖਾਈ, ਚੰਦਨ ਦਾ ਤਿਲਕ ਲਗਾਇਆ ਤੇ ਫੁੱਲ ਚੜਾਏ, ਪੂਜਾ ਕੀਤੀ ਤੇ ਰਾਤ ਪੈਣ ਤੇ ਸੌਂ ਗਿਆ। ਜਦ ਸਾਧੂ ਸੁੱਤਾ ਹੋਇਆ ਸੀ ਤਦੋਂ ਉਸ ਨੂੰ ਸੁਪਨੇ ਵਿੱਚ ਸਾਲਗ੍ਰਾਮ ਨੇ ਭਾਖਿਆ ਦਿੱਤੀ, ਤੂੰ ਇਹ ਬਹੁਤ ਬੁਰਾ ਕੀਤਾ ਹੈ। ਸਧਨੇ ਕੋਲ ਮੈਂ ਬਹੁਤ ਖੁਸ਼ ਸਾਂ ਕਿਉਂਕਿ ਉਹ ਮੇਰੀ ਪੂਜਾ ਕਰਦਾ ਸੀ। ਸੱਚੇ ਹਿਰਦੇ ਨਾਲ ਉਹ ਮੇਰਾ ਹੋ ਚੁੱਕਾ ਸੀ, ਪ੍ਰੇਮ ਕਰਦਾ ਹੈ। ਮੈਂ ਪੂਜਾ ਤੇ ਸਤਿਕਾਰ ਦਾ ਭੁੱਖਾ ਨਹੀਂ, ਸਗੋਂ ਪ੍ਰੇਮ ਦਾ ਭੁੱਖਾ ਹਾਂ। ਉਹ ਮਾਸ ਤੋਲਿਆ ਹੋਇਆ ਵੀ ਮੈਨੂੰ ਚੇਤੇ ਕਰਦਾ ਸੀ, ਮੈਨੂੰ ਉਸ ਕੋਲ ਛੱਡ ਆ। ਇਹ ਬਚਨ ਸੁਣ ਕੇ ਸੰਤ ਦੀ ਨੀਂਦ ਖੁੱਲ੍ਹ ਗਈ। ਉਹ ਸੋਚਦਾ ਤੇ ਕੀਤੇ ਕਰਮ ਉੱਤੇ ਪਛਤਾਉਂਦਾ ਰਿਹਾ। ਦਿਨ ਚੜ੍ਹਿਆ ਤਾਂ ਸਧਨੇ ਭਗਤ ਜੀ ਕੋਲ ਮੁੜ ਗਿਆ। ਉਹਨਾਂ ਨੂੰ ਆਖਣ ਲੱਗਾ, ਸਧਨਾ ਜੀ, ਆਪਣਾ ਸਾਲਗ੍ਰਾਮ ਵਾਪਸ ਰੱਖ ਲਓ, ਇਹ ਤੁਸਾਂ ਕੋਲ ਹੀ ਠੀਕ ਹੈ। ਧੰਨ ਹੋ ਤੁਸੀਂ ਜਿਨ੍ਹਾਂ ਨੂੰ ਪਰਮੇਸ਼ਰ ਯਾਦ ਹੈ। ਭਗਤ ਸਧਨਾ ਜੀ ਨੇ ਪੁੱਛਿਆ, ਕਿਉਂ ਸੰਤ ਜੀ? ਤਾਂ ਸੰਤ ਨੇ ਭਗਤ ਸਧਨਾ ਜੀ ਨੂੰ ਸੁਪਨੇ ਦੀ ਸਾਰੀ ਗੱਲ ਕਹਿ ਸੁਣਾਈ। ਉਸ ਗੱਲ ਨੂੰ ਸੁਣ ਕੇ ਭਗਤ ਸਧਨਾ ਜੀ ਦੇ ਮਨ ਵਿੱਚ ਸਗੋਂ ਦੂਣਾ ਚਾਅ ਤੇ ਪ੍ਰੇਮ ਉਮਾ ਹੋ ਗਿਆ। ਉਹ ਪ੍ਰਭੂ ਭਗਤੀ ਕਰਨ ਲੱਗ ਪਏ। ਉਸੇ ਸਾਲਗ੍ਰਾਮ ਨਾਲ ਮਾਸ ਵੀ ਤੋਲਦੇ ਤੇ ਉਸ ਦੀ ਪੂਜਾ ਵੀ ਕਰਦੇ, ਮਨ ਵਿੱਚ ਸਿਮਰਨ ਕਰਦੇ ਰਹਿੰਦੇ। ਇੱਕ ਦਿਨ ਦੀ ਗੱਲ ਹੈ, ਰਾਤ ਦੇ ਸਮੇਂ ਇੱਕ ਸ਼ਾਹੂਕਾਰ ਸਧਨਾ ਜੀ ਦੇ ਕੋਲ ਬੱਕਰੇ ਦਾ ਮਾਸ ਲੈਣ ਵਾਸਤੇ ਆ ਗਿਆ। ਸਧਨਾ ਜੀ ਨੇ ਕਿਹਾ ਕਿ ਇਸ ਵੇਲੇ ਮਾਸ ਨਹੀਂ ਹੈ, ਕਿਉਂਕਿ ਜੋ ਬੱਕਰਾ ਬਣਵਾਇਆ ਸੀ ਉਹ ਮੁੱਕ ਗਿਆ ਸੀ। ਸ਼ਾਹੂਕਾਰ ਲਿਹਾਜ਼ ਵਾਲਾ ਬੰਦਾ ਸੀ। ਭਗਤ ਸਧਨਾ ਜੀ ਉਸ ਨੂੰ ਮੋੜ ਵੀ ਨਹੀਂ ਸੀ ਸਕਦੇ। ਇਸ ਵਾਸਤੇ ਭਗਤ ਸਧਨੇ ਨੇ ਜਿਉਂਦੇ ਬੱਕਰੇ ਦੇ ਕੋਫਤੇ ਕੱਟ ਕੇ ਸ਼ਾਹੂਕਾਰ ਨੂੰ ਦੇਣੇ ਚਾਹੇ। ਜਦੋਂ ਭਗਤ ਸਧਨਾ ਛੁਰੀ ਫੜ ਕੇ ਬੱਕਰੇ ਦੇ ਨੇੜੇ ਗਿਆ ਤਾਂ ਬੱਕਰਾ ਹੱਸ ਪਿਆ। ਹੱਸ ਕੇ ਆਖਣ ਲੱਗਾ, ਹੇ ਸਧਨਾ, ਜੱਗੋਂ ਬਾਹਰੀ ਕਰਨ ਲੱਗੇ ਜੇ। ਇਹ ਸੁਣ ਕੇ ਸਧਨਾ ਜੀ ਬਹੁਤ ਹੈਰਾਨ ਹੋਏ ਕਿ ਇਹ ਜਾਨਵਰ ਬੋਲਣ ਲੱਗ ਪਿਆ। ਉਸ ਵੇਲੇ ਸਧਨੇ ਦੇ ਹੱਥੋਂ ਛੁਰੀ ਧਰਤੀ ਉੱਤੇ ਡਿੱਗ ਪਈ। ਸਧਨਾ ਜੀ ਨੇ ਬੱਕਰੇ ਨੂੰ ਪੁੱਛਿਆ, ਹੇ ਬੱਕਰੇ, ਇਹ ਦੱਸ ਨਵੀਂ ਭਾਜੀ ਕੀ ਮੈਂ ਚਾੜਨ ਲੱਗਾ ਹਾਂ? ਮੇਰਾ ਕਰਮ ਹੈ ਤੈਨੂੰ ਮਾਰ ਕੇ ਵੇਚਣਾ। ਬੱਕਰਾ ਬੋਲਿਆ, ਸੁਣ, ਅੱਗੇ ਇਹ ਸਿਲਸਿਲਾ ਤੁਰਿਆ ਆਉਂਦਾ ਰਿਹਾ ਹੈ ਕਿ ਕਦੀ ਮੈਂ ਬੱਕਰਾ ਤੇ ਤੂੰ ਕਸਾਈ, ਤੇ ਕਦੀ ਮੈਂ ਕਸਾਈ ਤੇ ਤੂੰ ਬੱਕਰਾ।
ਇਸ ਜਨਮ ਵਿੱਚ ਤੂੰ ਮੇਰੇ ਜਿਉਂਦੇ ਦਾ ਇੱਕ ਅੰਗ ਕੱਟ ਕੇ ਸ਼ਾਹੂਕਾਰ ਨੂੰ ਦੇਣ ਲੱਗਾ ਹੈ। ਇਹ ਨਵੀਂ ਭਾਜੀ ਹੈ। ਕੱਲ੍ਹ ਨੂੰ ਮੈਂ ਵੀ ਤੇਰੇ ਨਾਲ ਐਸਾ ਹੀ ਕਰਾਂਗਾ, ਕਿਉਂਕਿ ਆਪਾਂ ਕਰਮ ਦੇ ਇੱਕ ਦੂਸਰੇ ਦੇ ਸਾਥੀ ਹਾਂ। ਆਪਣਾ ਧਰਮ ਬਣ ਚੁੱਕਿਆ ਹੈ, ਇੱਕ ਦੂਸਰੇ ਦਾ ਮਾਸ ਵੇਚਣਾ ਹੈ। ਬੱਕਰੇ ਦੀ ਭਾਖਿਆ ਨੇ ਭਗਤ ਸਧਨੇ ਨੂੰ ਗਿਆਨ ਕਰਾ ਦਿੱਤਾ। ਉਸ ਦਿਨ ਤਾਂ ਉਹਨੇ ਸ਼ਾਹੂਕਾਰ ਨੂੰ ਸਾਫ਼ ਜਵਾਬ ਦੇ ਦਿੱਤਾ ਤੇ ਅਗਲੇ ਭਲਕ ਮਾਸ ਵੇਚਣ ਦਾ ਧੰਦਾ ਵੀ ਛੱਡ ਦਿੱਤਾ ਤੇ ਭਗਤ ਸਧਨਾ ਭਜਨ ਕਰਨ ਲੱਗ ਪਿਆ। ਭਗਤ ਸਧਨਾ ਜੀ ਨੂੰ ਜਦੋਂ ਪੂਰਨ ਗਿਆਨ ਹੋ ਗਿਆ ਕਿ ਪ੍ਰਭੂ ਨਾਮ ਜਪਣ ਵਿੱਚ ਹੀ ਭਲਾ ਹੈ, ਤਾਂ ਉਹ ਪੁਰਖੋਤਮ ਜੀ ਦੇ ਦਰਸ਼ਨਾਂ ਵਾਸਤੇ ਜਗਨਨਾਥਪੁਰੀ ਦੀ ਯਾਤਰਾ ਵਾਸਤੇ ਸਿੰਧ ਵੱਲੋਂ ਚੱਲ ਪਿਆ। ਜਗਨਨਾਥਪੁਰੀ ਸ਼ਹਿਰ ਅਪੜਨ ਤੋਂ ਇੱਕ ਪੜਾਅ ਉਰੇ ਹੀ ਉਸ ਨੂੰ ਰਾਤ ਪੈ ਗਈ। ਉਸਨੇ ਸੋਚਿਆ ਕਿਸੇ ਗ੍ਰਸਤੀ ਦੇ ਘਰੋਂ ਭੋਜਨ ਮੰਗ ਕੇ ਖਾ ਲਵਾਂ ਤੇ ਰਾਤ ਕਿਤੇ ਕੱਟ ਲਵਾਂ, ਮੁੜ ਅੱਗੇ ਤੁਰਾਂਗਾ। ਇੱਕ ਘਰ ਦੇ ਬੂਹੇ ਅੱਗੇ ਖਲੋ ਕੇ ਭਗਤ ਸਧਨੇ ਨੇ ਆਵਾਜ਼ ਦਿੱਤੀ। ਉਸ ਘਰ ਵਿੱਚ 2 ਜੀ ਰਹਿੰਦੇ ਸਨ। ਇਸਤਰੀ ਦੀ ਉਮਰ 20-22 ਸਾਲ ਵਿਚਾਲੇ ਸੀ। ਉਹ ਬਹੁਤ ਸੁੰਦਰ ਤੇ ਜਵਾਨ ਸੀ। ਉਸ ਦਾ ਪਤੀ ਕੋਝਾ ਤੇ ਰੋਗੀ ਸੀ। ਉਸ ਸੁੰਦਰੀ ਨੇ ਜਦੋਂ ਸਧਨਾ ਜੀ ਨੂੰ ਦੇਖਿਆ ਤਾਂ ਅੱਗੇ ਸੱਦ ਲਿਆ। ਬੜੀ ਨਿਮਰਤਾ ਤੇ ਪ੍ਰੇਮਮਈ ਲਹਿਜੇ ਵਿੱਚ ਬੋਲੀ, ਅੰਦਰ ਆਈਏ, ਗ੍ਰਹਿ ਪਵਿੱਤਰ ਕਰੀਏ। ਧੰਨ ਭਾਗ ਸਾਡੇ ਜੇ ਆਪ ਆਏ ਹੋ, ਭਗਵਾਨ ਆਏ ਹੋ। ਭੋਜਨ ਛਕੋ, ਬਿਸਤਰਾ ਮੰਜਾ ਲੈ ਕੇ ਆਰਾਮ ਕਰੋ, ਮੈਂ ਸੇਵਾ ਕਰ ਲਵਾਂ। ਉਸ ਦੀ ਇਹ ਸ਼ਰਧਾ ਦੇਖ ਕੇ ਸਧਨਾ ਜੀ ਉਹਦੇ ਵਿਹੜੇ ਵਿੱਚ ਪੁੱਜ ਗਏ ਤੇ ਮੰਜੇ ਉੱਤੇ ਬੈਠ ਗਏ। ਉਸ ਮੁਟਿਆਰ ਇਸਤਰੀ ਨੇ ਬੜੇ ਚਾਅ ਤੇ ਸ਼ਰਧਾ ਨਾਲ ਭੋਜਨ ਤਿਆਰ ਕੀਤਾ। ਭੋਜਨ ਤਿਆਰ ਕਰਕੇ ਸਧਨਾ ਜੀ ਦੇ ਚਰਨ ਧੁਆਏ ਤੇ ਚੌਂਤਰੇ ਉੱਤੇ ਬਿਠਾ ਕੇ ਭੋਜਨ ਛਕਾਇਆ। ਜਿੰਨਾ ਚਿਰ ਸਧਨਾ ਜੀ ਭੋਜਨ ਕਰਦੇ ਰਹੇ, ਓਨਾ ਚਿਰ ਉਹ ਇਸਤਰੀ ਪੱਖਾ ਝੱਲਦੀ ਰਹੀ, ਉਸੇ ਤਰ੍ਹਾਂ ਜਿਵੇਂ ਪਤੀ ਨੂੰ ਇਸਤਰੀ ਪੱਖਾ ਝੱਲਦੀ ਹੈ। ਨਾਲ ਪ੍ਰੇਮ ਭਰੀਆਂ ਮਿੱਠੀਆਂ ਗੱਲਾਂ ਰਾਹੀਂ ਪੁੱਛਦੀ ਰਹੀ ਕਿ ਸਧਨਾ ਜੀ ਕਿੱਥੋਂ ਆਏ ਹਨ ਤੇ ਕਿੱਥੇ ਜਾ ਰਹੇ ਹਨ ਤੇ ਕਿਉਂ ਸਾਧੂ ਹੋਏ ਹਨ। ਜਦੋਂ ਪ੍ਰਸ਼ਾਦ ਛਕ ਚੁੱਕੇ ਤਾਂ ਉਸ ਮੁਟਿਆਰ ਨੇ ਸਧਨਾ ਜੀ ਨੂੰ ਚੰਗਾ ਬਿਸਤਰਾ ਵਿਛਾ ਕੇ ਰਾਤ ਕੱਟਣ ਵਾਸਤੇ ਬੇਨਤੀ ਕੀਤੀ। ਉਸ ਬੇਨਤੀ ਨੂੰ ਸਧਨਾ ਜੀ ਨੇ ਪ੍ਰਵਾਨ ਕਰ ਲਿਆ। ਪ੍ਰਭੂ ਨਾਮ ਦਾ ਸਿਮਰਨ ਕਰਦੇ ਹੋਏ ਭਗਤ ਜੀ ਸੌਂ ਗਏ। ਜਦੋਂ ਅੱਧੀ ਰਾਤ ਦਾ ਵੇਲਾ ਆਇਆ ਤਾਂ ਉਹ ਮੁਟਿਆਰ ਸ਼ਿੰਗਾਰ ਕਰਕੇ ਸਧਨਾ ਜੀ ਦੇ ਮੰਜੇ ਉੱਤੇ ਆ ਗਈ। ਉਸ ਦੇ ਹਿਰਦੇ ਵਿੱਚ ਵਾਸ਼ਨਾ ਮੰਦੀ ਸੀ। ਕਾਮ ਨੇ ਉਹਦੇ ਖੂਨ ਨੂੰ ਉਬਾਲ ਦਿੱਤਾ ਸੀ। ਉਹ ਅੰਨੀ ਹੋਈ ਸੀ। ਉਸ ਦਾ ਇਹ ਪਾਗਲਾਂ ਵਾਲਾ ਵਤੀਰਾ ਦੇਖ ਕੇ ਸਧਨਾ ਜੀ ਨੇ ਕਿਹਾ, ਭੈਣ, ਆਪ ਮੇਰੇ ਕੋਲੋਂ ਜਾਈਏ। ਹਰ ਇਸਤਰੀ ਨੂੰ ਪਤੀਵ੍ਰਤਾ ਰਹਿਣਾ ਚਾਹੀਦਾ ਹੈ। ਮੈਂ ਅੱਗੇ ਹੀ ਪਾਪਾਂ ਦੇ ਕਾਰਨ ਦਰ ਬਦਰ ਫਿਰਦਾ ਹਾਂ। ਮੈਨੂੰ ਹੋਰ ਪਾਪਾਂ ਦਾ ਭਾਗੀ ਨਾ ਬਣਾ। ਜਾ, ਤੂੰ ਮੇਰੀ ਭੈਣ ਹੈ। ਉਸ ਇਸਤਰੀ ਦੀ ਪੁੱਠੀ ਮਤ ਵਾਸ਼ਨਾ ਦੇ ਮੰਦ ਕਾਰਨ ਉਸਨੇ ਪੁੱਠਾ ਸੋਚਿਆ ਸੀ। ਉਸਨੇ ਖਿਆਲ ਕੀਤਾ ਕਿ ਸ਼ਾਇਦ ਸੰਤ ਉਹਦੇ ਪਤੀ ਕੋਲੋਂ ਡਰਦਾ ਹੈ। ਉਹ ਪਿੱਛੇ ਮੁੜੀ ਤੇ 10 ਕੁ ਮਿੰਟਾਂ ਪਿੱਛੋਂ ਆਪਣੇ ਪਤੀ ਦਾ ਸਿਰ ਵੱਢ ਕੇ ਸਧਨਾ ਜੀ ਦੇ ਕੋਲ ਆ ਗਈ। ਸਧਨਾ ਜੀ ਨੂੰ ਆਪਣੇ ਪਤੀ ਦਾ ਸਿਰ ਦਿਖਾਲ ਕੇ ਬੋਲੀ, ਹੇ ਪਿਆਰੇ, ਜੇ ਤੈਨੂੰ ਮੇਰੇ ਪਤੀ ਦਾ ਭੈ ਸੀ ਤਾਂ ਇਹ ਲੈ ਉਸ ਦਾ ਸਿਰ। ਮੈਂ ਉਸ ਨੂੰ ਪਤੀ ਨਹੀਂ ਸੀ ਮੰਨਦੀ। ਮੇਰੇ ਮਾਂ-ਬਾਪ ਨੇ ਮੱਲੋ ਮੱਲੀ ਮੇਰਾ ਵਿਆਹ ਕਰ ਦਿੱਤਾ। ਇਹ ਨਿਕੰਮਾ ਸੀ, ਰੋਗੀ ਸੀ, ਇਸ ਨੂੰ ਮਰਨਾ ਹੀ ਚਾਹੀਦਾ ਸੀ। ਹੁਣ ਮੈਂ ਆਪ ਨੂੰ ਪਤੀ ਮੰਨਦੀ ਹਾਂ। ਮੇਰੇ ਨਾਲ ਪਿਆਰ ਕਰੋ, ਮੈਨੂੰ ਆਪਣੀ ਬਣਾਓ ਤੇ ਮੇਰੀ ਜਵਾਨੀ ਦੇ ਨਸ਼ੇ ਨੂੰ ਲੁੱਟੋ। ਛੱਡੋ ਸਾਰੀਆਂ ਝਿਜਕਾਂ। ਮੈਂ ਆਪ ਨਾਲ ਸੰਤਨੀ ਹੋ ਕੇ ਫਿਰਾਂਗੀ। ਜੀਵਨ ਵਿੱਚ ਭੋਗ ਹੀ ਤਾਂ ਸਭ ਕੁਝ ਹੈ। ਸਧਨਾ ਜੀ ਉਹਦੀਆਂ ਸਾਰੀਆਂ ਗੱਲਾਂ ਨੂੰ ਸੁਣਦੇ ਰਹੇ। ਜਦੋਂ ਉਹ ਮਾਨਾਈ ਬਕਵਾਸ ਕਰ ਚੁੱਕੀ ਤਾਂ ਗੁੱਸੇ ਨਾਲ ਬੋਲੇ, ਚੰਡਾਲਣ, ਪਾਪਣ, ਤੂੰ ਮਹਾਨ ਪਾਪ ਕੀਤਾ ਹੈ। ਇਸ ਪਾਪ ਦਾ ਫਲ ਤੈਨੂੰ ਨਰਕ ਭੋਗਣਾ ਪਵੇਗਾ। ਮੈਂ ਪਾਪ ਕਰਨ ਵਾਸਤੇ ਤਿਆਰ ਨਹੀਂ। ਮੈਂ ਤੇਰੇ ਘਰੋਂ ਹੁਣੇ ਚੱਲਿਆ ਹਾਂ। ਤੂੰ ਜ਼ਹਿਰ ਦੀ ਗੰਦਲ ਹੈ, ਨਾਗਣ ਹੈ, ਜਿਸ ਨੇ ਆਪਣੇ ਪਤੀ ਦਾ ਖੂਨ ਕਰ ਦਿੱਤਾ। ਉਹ ਪਰਾਏ ਮਰਦ ਨਾਲ ਕਿਵੇਂ ਪਿਆਰ ਕਰੇਗੀ? ਧਿਰਕਾਰ ਹੈ ਐਸੇ ਪਿਆਰ ਨੂੰ ਜਿਸ ਦੇ ਡੰਗ ਦਾ ਇਲਾਜ ਨਹੀਂ। ਭਗਤ ਸਧਨਾ ਜੀ
ਕ੍ਰੋਧ ਨਾਲ ਆਪੇ ਤੋਂ ਬਾਹਰ ਹੋ ਗਏ। ਉਹ ਇਹ ਆਖਦੇ ਹੋਏ ਉੱਠਣ ਲੱਗੇ ਤਾਂ ਉਹਨਾਂ ਨੂੰ ਉੱਠਦਿਆਂ ਦੇਖ ਕੇ ਉਹ ਮਹਾਪਾਪਣ ਹਤਿਆਰੀ ਕੂਕ ਉੱਠੀ, ਹੈਂ, ਮੇਰੇ ਪਤੀ ਨੂੰ ਮਾਰ ਕੇ ਮੇਰੇ ਨਾਲ ਪਾਪ ਕਰਨਾ ਚਾਹੁੰਦਾ ਹੈ? ਤੂੰ ਸੰਤ ਨਹੀਂ, ਖੂਨੀ ਹੈ। ਵੇ ਲੋਕੋ, ਮੈਂ ਲੁੱਟੀ ਗਈ, ਨੱਸੋ, ਦੌੜੋ, ਮੇਰੇ ਪਿਆਰੇ ਪਤੀ ਦਾ ਸੰਤ ਨੇ ਖੂਨ ਕਰ ਦਿੱਤਾ, ਫੜੋ, ਨੱਸ ਚੱਲਿਆ ਜੇ। ਉਸ ਪਾਪਣ ਦਾ ਇਹ ਰੌਲਾ ਦੇਖ ਕੇ ਸਧਨਾ ਜੀ ਹੈਰਾਨ ਜ਼ਰੂਰ ਹੋਏ ਪਰ ਘਬਰਾਏ ਨਹੀਂ। ਉਹਨਾਂ ਨੇ ਕਿਹਾ, ਵੇਖੀ ਜਾਏਗੀ ਭਗਵਾਨ ਕੀ ਕਰਦਾ ਹੈ। ਸ਼ਾਇਦ ਮੇਰੇ ਕਿਸੇ ਪਾਪ ਦਾ ਫਲ ਮਿਲਣਾ ਰਹਿ ਗਿਆ ਹੈ ਜੋ ਮੈਂ ਇਸ ਕਲ ਜੋਗਣ ਦੇ ਘਰ ਰਾਤ ਕੱਟਣ ਵਾਸਤੇ ਰਹਿ ਪਿਆ। ਇਹ ਪ੍ਰਭੂ ਦੀ ਹੀ ਖੇਡ ਹੈ। ਇਸਤਰੀ ਦਾ ਰੌਲਾ ਸੁਣ ਕੇ ਲੋਕ ਆ ਗਏ। ਉਸ ਦੀ ਗੱਲ ਸੁਣ ਕੇ ਉਹਨਾਂ ਨੇ ਸਧਨਾ ਜੀ ਨੂੰ ਘੇਰ ਲਿਆ ਤੇ ਫੜ ਕੇ ਹਾਕਮ ਕੋਲ ਜਾ ਪੇਸ਼ ਕੀਤਾ। ਹਾਕਮ ਉਹੋ ਜਿਹਾ ਸੀ, ਉਸਨੇ ਝੱਟ ਸਧਨਾ ਜੀ ਦੇ ਹੱਥ ਕੱਟ ਦੇਣ ਦਾ ਹੁਕਮ ਦਿੱਤਾ। ਉਸ ਵੇਲੇ ਸਧਨਾ ਜੀ ਨੇ ਪ੍ਰਭੂ ਅੱਗੇ ਬੇਨਤੀ ਕੀਤੀ, ਨ੍ਰਿਪ ਕੰਨਿਆ ਕੇ ਕਾਰਨੈ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ, ਤਬ ਗੁਣ ਕਹਾਂ ਜਗਤ ਗੁਰਾ ਜੋ ਕਰਮ ਨਾ ਨਾਸੈ, ਸਿੰਘ ਸਰਣ ਕਤ ਜਾਈਐ ਜੋ ਜੰਬੋ ਗਰਾਸੈ, ਏਕ ਬੂੰਦ ਜਲ ਕਾਰਣੇ ਚਾਤਰਿਕ ਦੁਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮ ਨਾ ਆਵੈ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ, ਬੂੜ ਮੋਏ ਨੌਕਾ ਮਿਲੈ ਕਹੋ ਕਾਹੇ ਚੜਾਵੋ, ਮੈਂ ਨਾਹੀ ਕਛ ਹੋ ਨਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਧਨਾ ਜਨ ਤੋਰਾ। ਹੇ ਭਗਵਾਨ, ਰਾਜ ਕੰਨਿਆ ਨੂੰ ਵਿਆਹੁਣ ਵਾਸਤੇ ਇੱਕ ਤਰਖਾਣ ਨੇ ਵਿਸ਼ਨੂੰ ਰੂਪ ਧਾਰ ਲਿਆ ਸੀ। ਉਹ ਕਥਾ ਇਉਂ ਸੀ ਕਿ ਇੱਕ ਰਾਜ ਕੰਨਿਆ ਨੇ ਪ੍ਰਣ ਕੀਤਾ ਕਿ ਉਹ ਵਿਸ਼ਨੂੰ ਬਿਨਾਂ ਕਿਸੇ ਨਾਲ ਸ਼ਾਦੀ ਨਹੀਂ ਕਰੇਗੀ। ਇੱਕ ਤਰਖਾਣ ਨੇ ਕਿਸੇ ਤਪ ਦੇ ਬਲ ਨਾਲ ਵਿਸ਼ਨੂੰ ਰੂਪ ਤਾਂ ਧਾਰਨ ਕਰ ਲਿਆ, ਪਰ ਉਸ ਕੋਲ ਵਿਸ਼ਨੂੰ ਜੀ ਵਾਲੀ ਸ਼ਕਤੀ ਨਹੀਂ ਸੀ। ਪਰ ਲੋੜ ਪੈਣ ਤੇ ਉਸਨੇ ਅਰਦਾਸ ਕੀਤੀ ਤਾਂ ਉਸ ਕੋਲ ਸ਼ਕਤੀ ਆ ਗਈ। ਹੇ ਪ੍ਰਭੂ, ਉਸ ਕਾਮੀ ਤੇ ਖੁਦਗਰਜ਼ ਬੰਦੇ ਦੀ ਵੀ ਲਾਜ ਰੱਖ ਲਈ, ਮੇਰੀ ਇੱਜ਼ਤ ਕਿਉਂ ਨਹੀਂ ਬਚਾਉਂਦਾ। ਹੇ ਜਗਤ ਪਾਲਕ, ਹੇ ਭਗਵਾਨ, ਤੇਰੀ ਕੀ ਵਡਿਆਈ ਹੈ ਕਿ ਤੇਰੀ ਕਿਰਪਾ ਨਾਲ ਮੇਰੇ ਕਰਮ ਨਾ ਨਾਸ਼ ਹੋਣ। ਉਸ ਮਨੁੱਖ ਸ਼ੇਰ ਨੂੰ ਆਪਣਾ ਉਸਤਾਦ ਕਿਉਂ ਮੰਨਣਾ ਹੈ ਜੇ ਗਿੱਦੜਾਂ ਨੇ ਹੀ ਘੇਰੀ ਫਿਰਨਾ ਹੈ। ਜਲ ਦੀ ਇੱਕ ਬੂੰਦ ਬਦਲੇ ਪਪੀਹਾ ਕੂਕਦਾ ਹੈ। ਜੇ ਉਹ ਤ੍ਰਿਹਾਇਆ ਮਰ ਜਾਵੇ ਤੇ ਮੋਏ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਤਾਂ ਉਸ ਦਾ ਕੀ ਲਾਭ ਹੈ। ਪ੍ਰਭੂ, ਮੇਰੇ ਨੈਣ ਪ੍ਰਾਣ ਕੰਮ ਨਹੀਂ ਕਰਦੇ, ਦਿਲ ਧੜਕ ਰਿਹਾ ਹੈ, ਮੈਂ ਇਹਨਾਂ ਨੂੰ ਕਿਵੇਂ ਆਸਰਾ ਦੇਵਾਂ। ਹੇ ਭਗਵਾਨ, ਡੁੱਬ ਗਏ ਪੁਰਸ਼ ਵਾਸਤੇ ਬੇੜੀ ਕਿਸ ਕੰਮ। ਮੈਂ ਤੇਰਾ ਹਾਂ, ਇਸ ਵੇਲੇ ਮੇਰੀ ਲਾਜ ਰੱਖ, ਮੇਰੇ ਪਿਛਲੇ ਕਰਮਾਂ ਨੂੰ ਬਖਸ਼ ਦੇ। ਹੇ ਦਾਤਾ, ਮਿਹਰ ਕਰ। ਹਾਕਮ ਦਾ ਹੁਕਮ ਤੇ ਲੋਕਾਂ ਦੇ ਰੌਲਾ ਪਾਉਣ ਤੇ ਭਗਤ ਸਧਨਾ ਜੀ ਨੂੰ ਖੂਨੀ ਮੰਨਿਆ ਗਿਆ ਤੇ ਉਸ ਦੇ ਹੱਥ ਕੱਟੇ ਜਾਣ ਦਾ ਹੁਕਮ ਹਾਕਮ ਨੇ ਵਾਪਸ ਨਾ ਲਿਆ ਤੇ ਉਸ ਦੇ ਹੱਥ ਕੱਟ ਦਿੱਤੇ। ਹੱਥ ਕੱਟੇ ਗਏ ਤਾਂ ਪ੍ਰਮਾਤਮਾ ਨੇ ਹਾਕਮ ਨੂੰ ਭਾਖਿਆ ਦਿੱਤੀ, ਅਸਲ ਕਾਤਲ ਨਾਰੀ ਹੈ। ਕੁਝ ਇੱਕ ਗੁਆਂਢਣ ਜਿਸਨੇ ਕੌਤਕ ਦੇਖਿਆ ਸੀ, ਉਸ ਨੂੰ ਪ੍ਰਮਾਤਮਾ ਨੇ ਪ੍ਰੇਰਨਾ ਦਿੱਤੀ। ਉਹ ਰੌਲਾ ਪਾਉਣ ਲੱਗੀ, ਸੰਤ ਨੂੰ ਐਵੇਂ ਹੀ ਮਰਵਾ ਦਿੱਤਾ। ਚੰਚਲ ਹਾਰੀ ਨੇ ਸਾਰਾ ਕਾਰਾ ਤਾਂ ਆਪ ਕੀਤਾ ਹੈ, ਅਸਲ ਖੂਨਣ ਇਹ ਹੈ। ਲੋਕ ਉਸ ਨੂੰ ਫੜ ਕੇ ਲੈ ਗਏ ਤੇ ਜਾ ਕੇ ਹਾਕਮ ਦੇ ਪੇਸ਼ ਕੀਤਾ। ਹਾਕਮ ਨੇ ਉਸ ਇਸਤਰੀ ਨੂੰ ਧਰਤੀ ਵਿੱਚ ਗੱਡ ਕੇ ਮਰਵਾ ਦਿੱਤਾ। ਭਗਤ ਸਧਨਾ ਜੀ ਬਿਨਾਂ ਹੱਥਾਂ ਤੋਂ ਫਿਰਦੇ ਰਹੇ ਤੇ ਭਗਤੀ ਕਰਦੇ ਰਹੇ। ਭਗਤ ਸਧਨਾ ਜੀ ਰਿੱਧੀਆਂ ਸਿੱਧੀਆਂ ਦੇ ਮਾਲਕ ਸਨ ਤੇ ਉਹਨਾਂ ਦੀ ਸਮਾਧ ਸਰਹੰਦ ਵਿੱਚ ਹੈ, ਜੋ ਕਿ ਅੱਜ ਵੀ ਖੰਡਰ ਰੂਪ ਵਿੱਚ ਸੁਸ਼ੋਭਿਤ ਹੈ। ਕਈਆਂ ਸਾਖੀਆਂ ਵਿੱਚ ਇਹ ਵੀ ਆਉਂਦਾ ਹੈ ਕਿ ਭਗਤ ਸਧਨਾ ਜੀ ਦੇ ਭਗਤੀ ਦੇ ਪ੍ਰਤਾਪ ਕਾਰਨ ਉਹਨਾਂ ਦੀਆਂ ਬਾਹਾਂ ਮੁੜ ਵਾਪਸ ਆ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।